सत श्री अकाल जी, मैं अमनप्रीत सिंह वॉइस ऑफ पंजाब टीवी देख रहे सारे ही दर्शकों का स्वागत। लगातार ਜਿਹੜੇ ਮੁਲਕਾਂ ਦੇ ਵਿੱਚ ਹਿੰਦੂ ਸਿੱਖਾਂ ਦੀ ਗਿਣਤੀ ਘੱਟ ਹੈ ਉੱਥੇ ਉਹਨਾਂ ਦੇ ਉੱਪਰ ਜ਼ੁਲਮੋ ਸਿਤਮ ਹੁੰਦਾ ਰਹਿੰਦਾ ਹੈ। ਉਹਨਾਂ ਦੀਆਂ ਧਾਰਮਿਕ ਇਬਾਦਤਗਾਹਾਂ, ਉਹਨਾਂ ਦੇ ਘਰਾਂ ਨੂੰ, ਮਾਲ ਅਸਬਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਇਹਨਾਂ ਮੁਲਕਾਂ ਦੀ ਗੱਲ ਕਰ ਲਈ ਜਾਵੇ, ਇਹਨਾਂ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ तमाम ਜਿਹੜੇ ਸਾਡੇ ਗੁਆਂਢੀ ਮੁਲਕ ਹੈ ਉਹ ਸ਼ੁਮਾਰ ਹੈ। ਸਾਡੇ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਉੱਥੇ ਜ਼ੁਲਮੋ ਸਿਤਮ ਹੁੰਦਾ ਹੈ। ਤਾਜ਼ਾ ਤਸਵੀਰ ਜਿਹੜੀ ਆਈ ਹੈ ਉਹ ਪਾਕਿਸਤਾਨ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਸ਼ਖਸ ਦੇ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੁੱਤ ਤੋੜਿਆ ਗਿਆ। ਤਸਵੀਰਾਂ ਤੁਸੀਂ ਇਸ ਵਕਤ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਫेद ਕੱਪੜਿਆਂ ਦੇ ਵਿੱਚ ਇੱਕ ਇਨਸਾਨ ਆਉਂਦਾ ਹੈ ਔਰ ਆਉਂਦਿਆਂ ਹੀ ਉਹ ਮਹਾਰਾਜਾ ਜੀ ਦੇ ਬੁੱਤ ਦੇ ਉੱਪਰ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਬੁੱਤ ਦਾ ਕੁਝ ਹਿੱਸਾ ਡਿੱਗਦਾ ਹੈ ਅਤੇ ਬਾਅਦ ਦੇ ਵਿੱਚ ਵੱਡਾ ਹਿੱਸਾ ਸ਼ੇਰੇ ਪੰਜਾਬ ਦਾ ਜਿਹੜਾ ਬੁੱਤ ਹੈ, ਘੋੜੇ ਦੇ ਉੱਪਰ ਅਸਵਾਰ ਹੈ, ਉਹ ਥੱਲੇ ਡਿੱਗ ਜਾਂਦਾ ਹੈ। ਪਰ ਉੱਥੇ ਹੀ ਕੁਝ ਲੋਕਲ ਪਾਕਿਸਤਾਨੀ ਲੋਕਾਂ ਵੱਲੋਂ ਉਸ ਨੂੰ ਦਬੋਚ ਲਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਇਨਸਾਨ ਰੇਲਿੰਗ ਟੱਪ ਕੇ ਬੁੱਤ ਤੋੜਨ ਵਾਲੇ ਵਿਅਕਤੀ ਨੂੰ ਘੜੀਸਦਾ ਹੋਇਆ ਕੰਧ ਕੋਲ ਲੈ ਜਾਂਦਾ ਹੈ ਅਤੇ ਉੱਥੇ ਉਸ ਨੂੰ ਦਬੋਚ ਲੈਂਦਾ ਹੈ। ਬਹੁਤ ਹੀ ਮੰਦਭਾਗੀ ਘਟਨਾ ਇਸ ਵਕਤ ਜਿਹੜੀ ਆ ਉਹ ਪਾਕਿਸਤਾਨ ਦੇ ਲਾਹੌਰ ਤੋਂ ਸਾਹਮਣੇ ਆ ਰਹੀ ਹੈ, ਜੋ ਕਿ ਸੂਬਾ ਪੰਜਾਬ ਦੀ ਰਾਜਧਾਨੀ ਹੈ, ਲਹਿੰਦੇ ਪੰਜਾਬ ਦੀ। ਉੱਥੋਂ ਦੇ ਇੱਕ ਕਿਲੇ ਦੇ ਵਿੱਚ ਪੰਜਾਬੀ ਕਮਿਊਨਿਟੀ ਵੱਲੋਂ ਲੰਬੇ ਜੱਦੋਜਹਿਦ ਤੋਂ ਬਾਅਦ ਇਹ ਬੁੱਤ ਸਥਾਪਿਤ ਕਰਵਾਇਆ ਗਿਆ ਸੀ ਇਮਰਾਨ ਖਾਨ ਸਰਕਾਰ ਦੇ ਵਿੱਚ। ਔਰ ਇਹ ਪੰਜਾਬੀ ਕਮਿਊਨਿਟੀ ਦੇ ਵਿੱਚ ਸਿਰਫ ਚੜ੍ਹਦੇ ਪੰਜਾਬ ਦੇ ਸਿੱਖ ਭਾਈਚਾਰਾ ਹੀ ਨਹੀਂ, ਬਲਕਿ ਲਹਿੰਦੇ ਪੰਜਾਬ ਦੇ ਕੁਝ ਮੁਸਲਮਾਨ ਭਾਈਚਾਰਾ, ਉੱਥੋਂ ਦੇ ਪ੍ਰੋਫੈਸਰ, ਉੱਥੋਂ ਦੇ ਕੁਝ ਸਕਾਲਰ ਵੀ ਜਿਹੜੇ ਸ਼ਾਮਲ ਸੀ। ਉਹਨਾਂ ਨੇ ਜੱਦੋਜਹਿਦ ਕਰਕੇ, ਕੁਝ ਪੱਤਰਕਾਰ, ਕੁਝ ਲਿਖਾਰੀ, ਕਿ ਸ਼ੇਰੇ ਪੰਜਾਬ ਨੇ ਇੱਕ ਸਾਂਝੇ ਪੰਜਾਬ ਦਾ ਜਿਹੜਾ ਸੁਪਨਾ ਸਿਰਜਿਆ ਸੀ ਔਰ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਸਭ ਨੂੰ ਬਰਾਬਰ ਦੇ ਅਹੁਦੇ ਮਿਲੇ ਸੀ, ਚਾਹੇ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ ਜਾਂ ਕੋਈ ਵੀ ਹੋਵੇ। ਉਹਨਾਂ ਦਾ ਰਾਜ ਸੀ ਜਿਹੜਾ ਖਾਲਸਾ ਰਾਜ ਸੀ, ਪਰ ਉਸ ਦੇ ਵਿੱਚ ਕਦੇ ਵੀ ਸਿਰਫ ਸਿੱਖਾਂ ਨੂੰ ਪਹਿਲ ਨਹੀਂ ਦਿੱਤੀ ਗਈ ਸੀ, ਸਭ ਦਾ ਸਾਂਝਾ ਰਾਜ ਸੀ। ਸੋ ਵੱਡੀ ਖਬਰ ਇਸ ਵੇਲੇ ਦੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਲਾਹੌਰ ਦੇ ਵਿੱਚ, ਜੋ ਕਿ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ, ਉੱਥੇ ਇੱਕ ਸ਼ਰਾਰਤੀ ਅਨਸਰ ਵੱਲੋਂ ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਸ਼ੇਰੇ ਪੰਜਾਬ ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ, ਉਹਨਾਂ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੁੱਤ ਦਾ ਇੱਕ ਵੱਡਾ ਹਿੱਸਾ ਤੋੜ ਦਿੱਤਾ ਗਿਆ। ਇਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਪ੍ਰਤੀਕਿਰਿਆਵਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ। ਡਾਕਟਰ ਦਲਵੀਰ ਸਿੰਘ ਪੰਨੂ, ਜਿਨ੍ਹਾਂ ਨੇ ਪਾਕਿਸਤਾਨ ਦੇ ਸਿੱਖ ਗੁਰਦੁਆਰਿਆਂ ਦੇ ਉੱਪਰ ਬਹੁਤ ਇੱਕ ਮਹੱਤਵਪੂਰਨ ਕਿਤਾਬ ਲਿਖੀ ਹੈ, ਸਾਰੇ ਗੁਰਦੁਆਰਿਆਂ ਨੂੰ ਕਵਰ ਕੀਤੀ ਹੈ, ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਹੀ ਜਿਹੜਾ ਇਹ ਦੁਖਦਾਈ ਘਟਨਾ ਹੈ। ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਪਹਿਲੀ ਘਟਨਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਬੁੱਤ ਨੂੰ ਪਹਿਲਾਂ ਵੀ ਨੁਕਸਾਨ ਪਹੁੰਚਾਇਆ ਗਿਆ। ਉਸ ਤੋਂ ਬਾਅਦ ਲੋਕਲ ਇੰਤਜ਼ਾਮੀਆਂ ਵੱਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ, ਪਰ ਉਹਨਾਂ ਨੇ ਕਿਹਾ ਕਿ ਦੁਬਾਰਾ ਇਸ ਤੇ ਹਮਲਾ ਹੋਣਾ ਕੁਝ ਸੌੜੀ ਸੋਚ ਵਾਲੇ ਲੋਕਾਂ ਦੀ ਜਿਹੜੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਹੁਤ ਹੀ ਮੰਦਭਾਗਾ ਹੈ ਔਰ ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ, ਲਹਿੰਦੇ ਪੰਜਾਬ ਦੇ ਇੰਤਜ਼ਾਮੀਆਂ ਨੂੰ ਕਿਹਾ ਕਿ ਜਲਦ ਤੋਂ ਜਲਦ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ, ਦੋਸ਼ੀ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਣਾ ਚਾਹੀਦਾ ਹੈ ਤਾਂ ਜੋ ਉੱਥੋਂ ਦੇ ਸਿੱਖਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਨਾ ਹੋ ਸਕੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਫੁੱਲ ਸਕਰੀਨ ਦੇ ਉੱਪਰ ਜਿਹੜੀਆਂ ਤਸਵੀਰਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਸ਼ਖਸ ਆਉਂਦਾ ਹੈ ਸਫेद ਕੱਪੜਿਆਂ ਦੇ ਵਿੱਚ, ਉਹ ਮਹਾਰਾਜਾ ਦੇ ਬੁੱਤ ਦੇ ਉੱਪਰ ਵਾਰ ਕਰਦਾ ਹੈ। ਪਹਿਲਾਂ ਥੋੜ੍ਹਾ ਹਿੱਸਾ ਟੁੱਟ ਕੇ ਡਿੱਗਦਾ ਹੈ, ਫਿਰ ਪੂਰੇ ਜਿਹੜਾ ਸ਼ੇਰੇ ਪੰਜਾਬ ਦਾ ਬੁੱਤ ਹੈ ਉਹ ਘੋੜੇ ਤੋਂ ਹੇਠਾਂ ਡਿੱਗ ਪੈਂਦਾ ਹੈ ਅਤੇ ਉਸ ਤੋਂ ਬਾਅਦ ਇਹ ਸ਼ਖਸ ਕੁਝ ਨਾਅਰੇ ਵੀ ਲਿਖਾਉਂਦਾ ਹੈ। ਆਓ ਦੇਖਦੇ ਹਾਂ ਇੱਕ ਵਾਰ ਤਸਵੀਰਾਂ ਕਿ ਕਿਸ ਤਰ੍ਹਾਂ ਇਸ ਬੁੱਤ ਨੂੰ ਤੋੜਿਆ ਗਿਆ। पीछे होते हैं एक मिनट भाई पीछे होते हैं एक मिनट भाई لبيك يا رسول الله لبيك 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 يا رسول
पीछे हो जाए आप। एक मिनट तो सही है। पीछे हो जाए आप। एक मिनट तो सही है। पीछे हो जाए आप। एक मिनट तो सही है। पीछे हो जाए आप। एक मिनट तो सही है। पीछे हो जाए आप। एक मिनट तो सही है। पीछे हो जाए आप। एक मिनट तो सही है। ਸੋ ਤਸਵੀਰਾਂ ਤੁਸੀਂ ਦੇਖੀਆਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਬੁੱਤ ਨੂੰ ਤੋੜਿਆ ਗਿਆ, ਹਮਲਾ ਕੀਤਾ ਗਿਆ, ਪਰ ਉੱਥੇ ਹੀ ਕੁਝ ਸਥਾਨਕ ਲੋਕਾਂ ਨੇ ਮੌਕੇ ਤੇ ਉਸ ਨੂੰ ਦਬੋਚ ਲਿਆ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਨੇ। ਮਨਜਿੰਦਰ ਸਿੰਘ ਸਿਰਸਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਿੱਲੀ ਦੇ ਪ੍ਰਧਾਨ, ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਤੇ ਪੰਜਾਬ ਦੇ ਇੰਤਜ਼ਾਮੀਆ ਨੂੰ ਮੌਕੇ ਦੇ ਉੱਪਰ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉੱਥੋਂ ਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਸਹਿਮ ਨਾ ਬਣ ਸਕੇ। ਔਰ ਉਹਨਾਂ ਇਹ ਵੀ ਕਿਹਾ ਕਿ ਸ਼ੇਰੇ ਪੰਜਾਬ ਦਾ ਸਿਰਫ ਸਿੱਖਾਂ ਨਾਲ ਹੀ ਸੰਬੰਧ ਨਹੀਂ ਹੈ, ਉਹਨਾਂ ਨੇ ਇੱਕ ਸਾਂਝੇ ਪੰਜਾਬ ਦਾ ਸੁਪਨਾ ਸਿਰਜਿਆ, ਸਾਂਝੇ ਪੰਜਾਬ ਤੇ ਰਾਜ ਕੀਤਾ ਔਰ ਅਜਿਹਾ ਖਾਲਸਾ ਰਾਜ ਸਥਾਪਿਤ ਕੀਤਾ ਜਿਸ ਵਿੱਚ ਹਿੰਦੂ, ਸਿੱਖਾਂ, ਮੁਸਲਮਾਨਾਂ ਤੇ ਸਭ ਧਰਮਾਂ ਵਰਗਾਂ ਨੂੰ ਬਰਾਬਰ ਦੇ ਅਹੁਦੇ ਵੰਡੇ। ਉਹਨਾਂ ਦੇ ਸਲਾਹਕਾਰ ਮੁਸਲਮਾਨ ਵੀ ਰਹੇ, ਹਿੰਦੂ ਵੀ ਰਹੇ, ਡੋਗਰੇ ਵੀ ਰਹੇ, ਸਿੱਖ ਵੀ ਰਹੇ, ਇੱਥੋਂ ਤੱਕ ਫਰਾਂਸੀ ਤੇ ਅੰਗਰੇਜ਼ ਤੱਕ ਉਹਨਾਂ ਤੋਂ ਸਲਾਹ ਲੈਂਦੇ ਰਹੇ। ਉਹਨਾਂ ਦਾ ਰਾਜ ਦੁਨੀਆ ਦੇ ਸੁਨਹਿਰੀ ਰਾਜਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਉਹ ਦੁਨੀਆ ਦੇ ਟੌਪ 10 ਸ਼ਾਸਕਾਂ ਦੇ ਵਿੱਚ ਗਿਣੇ ਜਾਂਦੇ ਨੇ। ਪਰ ਬਾਵਜੂਦ ਇਸ ਦੇ ਕੁਝ ਸੌੜੀ ਸੋਚ ਵਾਲੇ ਲੋਕ ਇਸ ਨੂੰ ਮਜ਼ਹਬੀ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਨੇ। ਇਸ ਤੋਂ ਪਹਿਲਾਂ ਵੀ ਜਿਹੜਾ ਹੈ ਉਹਨਾਂ ਦੇ ਬੁੱਤ ਦੇ ਉੱਪਰ ਹਮਲਾ ਹੋਇਆ ਸੀ, ਬੁੱਤ ਨੂੰ ਨੁਕਸਾਨ ਪਹੁੰਚਿਆ ਸੀ, ਪਰ ਤੁਰੰਤ ਇਮਰਾਨ ਖਾਨ ਸਰਕਾਰ ਨੇ ਬੁੱਤ ਦੀ ਮੁਰੰਮਤ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ।
पर एक बार फिर बुੱਤ ਦੇ ਉੱਪਰ हमला किया गया पर इस बार ਜਿਹੜਾ नुकसान है वो ज़्यादा होया है। बुੱਤ पूरे का पूरा ਜਿਹੜਾ ਉਹ टुट गया। ਜਿਹੜਾ बुੱਤ लाहौर के किले ਦੇ ਵਿੱਚ ਲਾਇਆ ਗਿਆ घोड़े के उपर महाराजा रणजीत सिंह शेरे पंजाब सवार ने, पर इस इंसान के हमला करन तो बाद महाराजा का जिहड़ा बुੱਤ है वो घोड़े के उपरों डिग गया, बुरी तरह उसनूं नुकसान होया है। इस तो बाद इस शख्स ने कुछ नारे भी लाए, कुछ खास मज़हब के नाल संबंधित नारे भी इस इंसान वालों लाए गए, पर ये जिहड़े लोग हुंदे आ इन्हां दा किसी भी मज़हब के नाल किसी भी ग्रुप के नाल कोई लेना देना नहीं हुंदा। इन्हां दा मकसद सिर्फ मजहबी मफाद खड़ा करना हुंदा है। और अजिहा ही होया वीडियो च तुसीं देख सकते हो कि एक इंसान सफ़ेद कपड़ियां दे विच बड़ी नॉर्मल चाल चलदा होया महाराजा दे बुੱਤ कोल आउंदा है, पर अचानक हमला करना शुरू कर दिंदा है हत्थां दे नाल। पहलां बुੱਤ दा एक छोटा हिस्सा टुट के डिगदा है, उस तो बाद ਜਦੋਂ लगातार ये इंसान अपना हमला जारी रखता है, हत्थां दे नाल वार जारी रखता है, तो महाराजा रणजीत सिंह का पूरा बुੱਤ घोड़े तो हेठां डिग पैंदा है। ਜਦੋਂ ही लोकल लोग इस नूं देखते हैं तो इस वाल भज्जे आउंदे आ। एक इंसान रेलिंग टप के इस हमलावर कोल जांदा है ਅਤੇ इस नूं धू के कंध कोल लै जांदा है, जिथे इस नूं दबोच लिया जांदा है। फिलहाल पाकिस्तान सरकार वालों या पंजाब सरकार जो लਹਿੰਦੇ पंजाब की सरकार है या लोकल इंतजामिया वालों कोई भी बयान सामने नहीं आया है, ना इसकी कोई गिरफ्तारी की पुष्टि हुई है, ना ही बुੱਤ की मुरम्मत बारे कोई बयान जारी होया। पर इस तो पहला भी एक बार महाराजा के बुੱਤ के उपर हमला किया गया सी, जिस तो बाद दुनिया भर के सिखां दे विच पाकिस्तान के जिहड़े पंजाबी भरा ने उन्हां दे विच रोह पैदा होया सी, जिस तो बाद बुੱਤ की मुरम्मत करवाई गई सी। बुੱਤ नूं दोबारा स्थापित करके सैलानियों लई खोल दिता गया सी। ये बुੱਤ बहुत ही महत्वपूर्ण स्थान रखता है लਹਿੰਦੇ पंजाब दे विच, क्योंकि कहा यह जाता है कि इमरान खान सरकार तो पहला ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਸੀ ਉਹਨਾਂ ਦੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਕੀਤੀ ਜਾਂਦੀ ਸੀ, ਪਰ ਜਿਵੇਂ ਹੀ ਇਮਰਾਨ ਖਾਨ ਸੱਤਾ ਦੇ ਵਿੱਚ ਆਉਂਦੇ ਆ ਉਹ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਆ, ਪੰਜਾਬੀਆਂ ਨੂੰ ਧੜਾ ਧੜ ਵੀਜ਼ੇ ਦਿੰਦੇ ਆ ਗੁਰਧਾਮਾਂ ਦੇ ਲਈ। ਜਦੋਂ ਕਿ ਵੀਜ਼ਾ ਦੀ ਜਿਹੜੀ ਪਾਲਿਸੀ ਹੁੰਦੀ ਹੈ ਦੋਵਾਂ ਦੇਸ਼ਾਂ ਦੀ ਹੁੰਦੀ ਹੈ, ਪਰ ਇਮਰਾਨ ਖਾਨ ਉਸ ਦਾ ਖੁੱਲ੍ਹੇ ਦਿਲ ਨਾਲ ਸਮਰਥਨ ਕਰਦੇ ਆ। ਇਸ ਤੋਂ ਬਾਅਦ ਕਰਤਾਰਪੁਰ ਲਾਂਘੇ ਦੇ ਵਿੱਚ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਬੁੱਤ ਸਥਾਪਿਤ ਕਰਨਾ, ਨਨਕਾਣਾ ਸਾਹਿਬ ਦਾ ਜੋ ਰੇਲਵੇ ਸਟੇਸ਼ਨ ਹੈ ਉਸ ਦਾ ਨਾਮ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਣਾ, ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕਰਨਾ, ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਯੂਨੀਵਰਸਿਟੀ ਦਾ ਨਾਮ ਰੱਖਣਾ, तमाम चीज़ां वो करते हैं पंजाबी भाईचारे वास्ते। खास कर जिहड़े विदेशी पंजाबी भाईचारा है वो वड्डी गिणती दे विच उत्थे विजिट करता है, पर इस दे बावजूद जिहड़े सिख विरासतां दे उत्ते हमले आ वो लगातार जारी है। इस दे उपर कोई ठोस कार्रवाई नहीं की जाती। इस तो पहलां भी एक शख्स के वल्लों ननकाणा साहब जो जन्म स्थान है उसके मेन गेट ते पत्थर मारे गए सन कुछ लोकल लोगों नूं इकट्ठा करके, पर विरोध के बाद उस इंसान को गिरफ्तार करके हवालात के विचों उसकी फोटो भी पाई गई सी पाकिस्तान सरकार वालों कि असी इसनूं हवालात च दे दिता है। इस तो बाद महाराजा रणजीत सिंह के बुੱਤ ते हमला हुंदा है, उदों भी उस शख्स को गिरफ्तार करके बुੱਤ की मुरम्मत करवा के दोबारा उसनूं सैलानियां लई खोल दिता जाता है। पर हुण फिर जिहड़ा बुੱਤ के उपर हमला होया है, इस तो पहलां कुछ सिख लड़कियां नूं कुछ हिंदू लड़कियां नूं जबरन जिहड़ा अगवा करके धर्म परिवर्तन का मामला भी सामने आया सी, जिस विच भारत सरकार सिख जथेबंदियां श्रोमणी कमेटी और तमाम पंजाबी भाईचारे ने विरोध किया सी, जिस तो बाद उस लड़की नूं वापस दे दिता गया सी। उसके पिता पाकिस्तान के एक इतिहासिक गुरुद्वारे विच बतौर हैड ग्रंथी सेवा निभा रहे ने। सो तमाम तरह ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਹੈ। ਜਿਹੜੀਆਂ ਮਜ਼ਹਬੀ ਅਕਲੀਅਤਾਂ ਪਾਕਿਸਤਾਨ ਦੇ ਵਿੱਚ ਆਬਾਦ ਹੈ ਉਹਨਾਂ ਦੇ ਉੱਪਰ ਜ਼ੁਲਮ ਸਿਤਮ ਹੁੰਦਾ ਰਹਿੰਦਾ ਹੈ, ਪਰ ਇਮਰਾਨ ਖਾਨ ਇਹੀ ਦਾਅਵਾ ਕਰਦੇ ਰਹੇ ਆ ਕਿ ਨਹੀਂ ਸਾਡੇ ਰਾਜ ਦੇ ਵਿੱਚ ਸਭ ਖੁਸ਼ ਨੇ, ਉਹਨਾਂ ਨੇ ਬਹੁਤ ਕੁਝ ਕੀਤਾ ਵੀ ਹੈ ਸਿੱਖ ਮਜ਼ਹਬ ਲਈ, ਪਰ ਬਾਵਜੂਦ ਇਸ ਦੇ ਹਮਲੇ ਲਗਾਤਾਰ जारी ने। विरासतां दे उत्ते उत्थों दीआं अकलीयतां ने जो उन्हां दीआं बहु बेटियां दे उपर उन्हां दे माल असबाब दे उपर। और ताज़ा घटना पाकिस्तान दे लाहौर दी है, जिथे महाराजा रणजीत सिंह दा किला है, उस किले दे विच महाराजा दा बुੱਤ स्थापित किया गया। घोड़े दे उपर महाराजा असवार ने, पर एक शरारती अंसर वल्लों इस बुੱਤ दी भन्न तोड़ की गई है, वड्डा नुकसान आया है। और इस दे लई ਸਮੁੱਚਾ ਜਿਹੜਾ ਪੰਜਾਬੀ ਜਗਤ ਹੈ, ਸਿੱਖ ਜਗਤ ਹੈ, ਉਸ ਦੇ ਵਿੱਚ ਰੋਸ ਦੀ ਲਹਿਰ ਹੈ। ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇਹ ਪੋਸਟ ਵਾਇਰਲ ਹੋ ਰਹੀ ਹੈ ਔਰ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਬੁੱਤ ਨੂੰ ਦੁਬਾਰਾ ਸਥਾਪਿਤ ਕਰਨਾ ਚਾਹੀਦਾ, ਵਧੀਆ ਤਰੀਕੇ ਨਾਲ ਸਥਾਪਿਤ ਕਰਨਾ ਚਾਹੀਦਾ ਹੈ ਔਰ ਸੁਰੱਖਿਆ ਪ੍ਰਬੰਧਾਂ ਨੂੰ ਦੁਬਾਰਾ ਜਾਂਚ ਲੈਣਾ ਚਾਹੀਦਾ ਹੈ ਤਾਂ ਕਿ ਭਵਿੱਖ ਦੇ ਵਿੱਚ ਅਜਿਹੀ ਕੋਈ ਵੀ ਘਟਨਾ ਸਾਹਮਣੇ ਨਾ ਆਵੇ। ਪਾਕਿਸਤਾਨ ਦੇ ਵਿੱਚ ਲਗਾਤਾਰ ਜਿਹੜੀਆਂ ਮਜ਼ਹਬੀ ਅਕਲੀਅਤਾਂ ਦੇ ਉੱਪਰ ਹਮਲੇ ਲਗਾਤਾਰ ਜਾਰੀ ਰਹਿੰਦੇ ਆ। ਇਸ ਵਾਰ ਹਮਲਾ ਵਿਰਾਸਤ ਤੇ ਹੋਇਆ, ਇੱਕ ਬੁੱਤ ਤੇ ਹੋਇਆ ਔਰ ਇਹ ਕੋਈ ਆਮ ਬੁੱਤ ਨਹੀਂ ਹੈ। ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ, ਜਿਸ ਦਾ ਪੰਜਾਬ ਕਾਬਲ ਕੰਧਾਰ ਤੋਂ ਸ਼ੁਰੂ ਹੋ ਕੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਟੱਪ ਕੇ ਉਧਰ ਜੰਮੂ ਕਸ਼ਮੀਰ ਤੋਂ ਲੈ ਕੇ ਜਮਨਾ ਦੇ ਕੰਢਿਆਂ ਤੱਕ ਦਿੱਲੀ ਤੱਕ ਰਾਜ ਸੀ। ਚੀਨ ਨਾਲ ਸਰਹੱਦਾਂ ਲੱਗਦੀਆਂ ਸੀ। ਸਾਂਝਾ ਪੰਜਾਬ ਜਿਸ ਦੇ ਵਿੱਚ ਜਿੰਨੇ ਅਹੁਦੇ ਸਿੱਖਾਂ ਕੋਲ ਸੀ ਓਨੇ ਹੀ ਮੁਸਲਮਾਨਾਂ ਕੋਲ, ਓਨੇ ਹੀ ਹਿੰਦੂਆਂ ਕੋਲ, ਓਨੇ ਹੀ ਪਹਾੜੀ ਡੋਗਰਿਆਂ ਦੇ ਕੋਲ, ਫਰਾਂਸੀਸੀ ਅੰਗਰੇਜ਼ ਤੱਕ ਉਹਨਾਂ ਦੇ ਦਰਬਾਰ ਦੇ ਵਿੱਚ ਕੰਮ ਕਰਿਆ ਕਰਦੇ ਸੀ ਔਰ ਉਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਘਟਨਾ ਅਜਿਹੀ ਨਹੀਂ ਆਉਂਦੀ ਜਿਸ ਦੇ ਵਿੱਚ ਕੋਈ ਮਜ਼ਹਬੀ ਰੰਗਤ ਹੋਵੇ ਜਾਂ ਕਿਸੇ ਮਜ਼ਹਬੀ ਅਕਲੀਅਤ ਦੇ ਉੱਪਰ ਕੋਈ ਹਮਲਾ ਹੋਵੇ ਜਾਂ ਕਿਸੇ ਦੇ ਉੱਪਰ ਸਿੱਖ ਮਜ਼ਹਬ ਨੂੰ ਧੱਕੇ ਦੇ ਨਾਲ ਥੋਪਿਆ ਗਿਆ ਹੋਵੇ। ਪਰ ਬਾਵਜੂਦ ਇਸ ਦੇ ਕੁਝ ਸ਼ਰਾਰਤੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਟਾਰਗੇਟ ਕਰਦੇ ਆ ਕਿਉਂਕਿ ਉਹ ਸਿੱਖ ਸਨ ਔਰ ਮਜ਼ਹਬ ਦੀ ਐਨਕ ਦੇ ਨਾਲ ਇਸ ਨੂੰ ਦੇਖਿਆ ਜਾਂਦਾ ਹੈ। ਪਰ ਇਹ ਨਹੀਂ ਹੈ ਕਿ ਪੂਰਾ ਪਾਕਿਸਤਾਨ ਦਾ ਭਾਈਚਾਰਾ ਖਰਾਬ ਹੈ। ਬਹੁਤ ਸਾਰੇ ਲਿਖਾਰੀ, ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਪ੍ਰੋਫੈਸਰ ਇਸ ਗੱਲ ਦੇ ਉੱਪਰ ਜ਼ੋਰ ਦਿੰਦੇ ਆ। ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਉੱਥੇ ਜੀਵਨੀਆਂ ਵੀ ਬਣੀਆਂ, ਕਿਤਾਬਾਂ ਲਿਖੀਆਂ ਗਈਆਂ, ਭਗਤ ਸਿੰਘ ਦੀ ਹਵੇਲੀ ਨੂੰ ਉਹਨਾਂ ਲੋਕਾਂ ਨੇ ਸਾਂਭਿਆ। ਪਰ ਫਿਰ ਵੀ ਕੁਝ ਲੋਕ ਜਿਹੜਾ ਮਜ਼ਹਬੀ ਮਫਾਦ ਖੜਾ ਕਰਨ ਦੇ ਲਈ ਇਸ ਨੂੰ ਮਜ਼ਹਬੀ ਰੰਗਤ ਦਿੰਦੇ ਆ, ਇਸ ਤਰ੍ਹਾਂ ਦੇ ਹਮਲੇ ਕਰਦੇ ਆ ਜਿਸ ਦੇ ਨਾਲ ਵਿਸ਼ਵ ਭਰ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰਾ ਜਾਂ ਕਹਿ ਲਵੋ ਕਿ ਸਿੱਖ ਭਾਈਚਾਰਾ ਵੱਸਦਾ ਹੈ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ। ਔਰ ਇਸ ਕਰਕੇ ਜਿਹੜਾ ਪੰਨੂ ਸਾਹਿਬ ਨੇ ਵੀ ਇਸ ਦੇ ਉੱਪਰ ਜਿਹੜਾ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਲਵੀਰ ਸਿੰਘ ਪੰਨੂ ਜਿਨ੍ਹਾਂ ਨੇ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਨਾਮ ਦੀ ਕਿਤਾਬ ਲਿਖੀ, ਅਹਿਮ ਸਥਾਨ ਸਿੱਖ ਇਤਿਹਾਸ ਦੇ ਵਿੱਚ ਉਹ ਕਿਤਾਬ ਰੱਖਦੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਹਨਾਂ ਨੇ PM ਇਮਰਾਨ ਖਾਨ ਨੂੰ ਜਿਹੜੀ ਹਕੂਮਤ ਪੰਜਾਬ ਹੈ ਲਹਿੰਦੇ ਪੰਜਾਬ ਦੀ, ਉੱਥੋਂ ਦਾ ਇੰਤਜ਼ਾਮੀਆ, ਉਸ ਨੂੰ ਇਹ ਅਦਬਨ ਰਿਕੁਐਸਟ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਫੌਰੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਇਸ ਦੇ ਉੱਪਰ ਕਿਹਾ, ਮਨਜਿੰਦਰ ਸਿੰਘ ਸਰਸਾ, ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਾਕਿਸਤਾਨ ਸਰਕਾਰ ਨੂੰ ਸੀਰੀਅਸ ਹੋ ਕੇ ਸਿੱਖਾਂ ਜੋ ਹਿੰਦੂ ਸਿੱਖ ਉੱਥੇ ਆਬਾਦ ਹੈ ਉਹਨਾਂ ਦਾ ਮਾਲ ਅਸਬਾਬ ਹੈ ਜਾਂ ਜੋ ਸਾਡੀਆਂ ਵਿਰਾਸਤੀ ਇਮਾਰਤਾਂ ਉੱਥੇ ਆਬਾਦ ਨੇ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਸਿੱਖ ਇਤਿਹਾਸ ਦੇ ਬਾਰੇ, ਤਵਾਰੀਖ ਦੇ ਬਾਰੇ, ਸਿੱਖਾਂ ਦਾ ਲਹਿੰਦੇ ਪੰਜਾਬ ਦੇ ਵਿੱਚ ਕੀ ਯੋਗਦਾਨ ਹੈ। ਪੰਜਾਬ ਦਾ ਇੱਕ ਵੱਡਾ ਹਿੱਸਾ ਲਹਿੰਦੇ ਪੰਜਾਬ ਦੇ ਵਿੱਚ ਹੈ। ਸੋ ਸਿੱਖ ਮਜ਼ਹਬ ਬਾਰੇ, ਪੰਜਾਬੀ ਜਿਹੜੇ ਭਾਈਚਾਰੇ ਬਾਰੇ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਇਸ ਤਰ੍ਹਾਂ ਨਾ ਲੱਗੇ ਕਿ ਉੱਥੋਂ ਦੇ ਜਿਹੜੇ ਸਿੱਖ ਹੈ ਸ਼ਾਇਦ ਉਹਨਾਂ ਦੇ ਦੁਸ਼ਮਣ ਹੈ। ਸਾਰੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ, ਪਰ ਸਮੇਂ-ਸਮੇਂ ਤੇ ਕੁਝ ਸਿਆਸੀ ਅੰਸਰ ਜੋ ਮਜ਼ਹਬੀ ਮਫਾਦ ਜਾਂ ਕਹਿ ਲਓ ਕਿ ਸਿਆਸੀ ਮਫਾਦ ਪੈਦਾ ਕਰਨਾ ਚਾਹੁੰਦੇ ਆ ਉਹ ਇਹਨਾਂ ਘਟਨਾਵਾਂ ਨੂੰ ਜਿਹੜਾ ਹੈ ਉਹ ਮੁਸਲਸਲ ਅੰਜਾਮ ਦਿੰਦੇ ਰਹਿੰਦੇ ਆ। ਸੋ ਫਿਲਹਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਫੈਦਪੋਸ਼ ਸ਼ਖਸ ਦੇ ਵੱਲੋਂ ਜਿਹੜਾ ਲਾਹੌਰ ਦੇ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੋ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ, ਛਤੀਗ੍ਰਸਤ ਕੀਤਾ ਗਿਆ, ਬਹੁਤ ਵੱਡਾ ਨੁਕਸਾਨ ਹੋਇਆ। ਮਹਾਰਾਜਾ ਦੀ ਮੂਰਤੀ ਘੋੜੇ ਤੋਂ ਹੇਠਾਂ ਡਿੱਗ ਗਈ ਹੈ। ਪਹਿਲਾਂ ਕੁਝ ਕੁ ਹਿੱਸਾ ਟੁੱਟਦਾ ਪਰ ਇਹ ਸ਼ਖਸ ਹੱਥਾਂ ਦੇ ਨਾਲ ਵਾਰ ਜਾਰੀ ਰੱਖਦਾ ਜਿਸ ਦੇ ਨਾਲ ਪੂਰੇ ਦਾ ਪੂਰਾ ਬੁੱਤ ਡਿੱਗ ਜਾਂਦਾ ਹੈ। ਹੁਣ ਇਸ ਦੇ ਉੱਪਰ ਵਿਸ਼ਵ ਭਰ ਤੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ, ਪਰ ਇਮਰਾਨ ਖਾਨ ਸਰਕਾਰ ਵੱਲੋਂ, ਹਕੂਮਤ ਪੰਜਾਬ ਵੱਲੋਂ, ਪੰਜਾਬ ਦੇ ਇੰਤਜ਼ਾਮੀਆਂ ਵੱਲੋਂ, ਲਾਹੌਰ ਦੇ ਇੰਤਜ਼ਾਮੀਆਂ ਵੱਲੋਂ ਫਿਲਹਾਲ ਕੋਈ ਵੀ ਜਿਹੜੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਉਂਦੀ ਹੈ। ਔਰ ਅਸੀਂ ਵੀ ਇਹ ਆਸ਼ਾ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਜਾਂ ਸੂਬਾ ਹੈ ਜਿਹੜੀ ਪੰਜਾਬ ਦੀ ਸਰਕਾਰ ਹੈ ਲਹਿੰਦਾ ਪੰਜਾਬ, ਜਲਦੀ ਤੋਂ ਜਲਦੀ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰੇਗੀ, ਬੁੱਤ ਨੂੰ ਨਵੇਂ ਸਿਰਿਓਂ ਸਥਾਪਿਤ ਕਰੇਗੀ ਔਰ ਇਸ ਤਰੀਕੇ ਦੇ ਨਾਲ ਸਥਾਪਿਤ ਕਰੇਗੀ ਕਿ ਅੱਗੇ ਤੋਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਵੇਖਣਾ ਹੀ ਹੋਵੇਗਾ ਕਿ ਹੁਣ ਕਾਰਵਾਈ ਕਦੋਂ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਸਾਡੇ ਹਿੰਦੂ ਸਿੱਖ ਭਰਾ ਜਾਂ ਈਸਾਈ ਭਰਾ ਕਦੋਂ ਤੱਕ ਚੈਨ ਦੀ ਜਿਹੜੀ ਜ਼ਿੰਦਗੀ ਜਿਉ ਸਕਣਗੇ। ਪਾਕਿਸਤਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਹੈ। ਉਹਨਾਂ ਨੂੰ ਆਪਣਾ ਪੂਰਾ ਜਿਹੜਾ ਇੰਤਜ਼ਾਮ ਬਦਲਣਾ ਪਏਗਾ, ਪ੍ਰਬੰਧ ਬਦਲਣੇ ਪੈਣਗੇ, ਨਜ਼ਰੀਆ ਬਦਲਣਾ ਪਏਗਾ, ਫਿਰ ਕਿਤੇ ਜਾ ਕੇ ਇਹਨਾਂ ਚੀਜ਼ਾਂ ਦੇ ਉੱਪਰ ਨੱਥ ਪੈ ਸਕਦੀ ਹੈ। ਸੋ ਵੇਖਣਾ ਹੋਵੇਗਾ ਕਿ ਕਦੋਂ ਇਸ ਮਾਮਲੇ ਤੇ ਕਾਰਵਾਈ ਹੁੰਦੀ ਹੈ। ਦੇਸ਼ ਅਤੇ ਦੁਨੀਆ ਦੀਆਂ तमाम ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਵਾਇਸ ਆਫ ਪੰਜਾਬ TV ਦੇ ਨਾਲ।
पीछे होते हैं एक मिनट तो भाई मोबाइल 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 पीछे होते हैं एक मिनट